ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੁੱਲੇ ਸ਼ਾਹ ਦਾ ਵਚਨ ਹੈ, ਜਿਨ੍ਹਾਂ ਨੇ ਪੜ੍ਹ ਲਏ ਅਲਫ ਤੇ ਬੇ, ਉਹ ਕੀ ਜਾਣਨ ਹੱਥੋਂ ਦੇ। ਜਿਨ੍ਹਾਂ ਨੇ ਪੜ੍ਹਿਆ ਪਾਕ ਸਪਾਰਾ, ਦਰ ਦਰ ਹੋਇਆ ਮੰਗਣਹਾਰਾ। ਜਿਨ੍ਹਾਂ ਨੇ ਪੜ੍ਹਿਆ ਪੂਰਾ ਕੁਰਾਨ, ਰੱਬ ਰੱਖੇ ਤਾਂ ਰਹੇ ਈਮਾਨ। ਦੂਣਾ ਡੇਢਾ ਹਿੰਦੂ ਲੈਂਦੇ ਚੌਣਾ ਮੁਸਲਮਾਨ। ਸਾਰਾ ਖਾ ਕੇ ਮੁੱਕਰ ਜਾਂਦੇ ਬੁੱਲਿਆ ਜਿਨ੍ਹਾਂ ਦੀ ਬਗਲ ਕੁਰਾਨ। ਬਾਬਾ ਬੁੱਲੇ ਸ਼ਾਹ ਉਹਨਾਂ ਦੀ ਮੁਖਾਲਫਤ ਕਰਦੇ ਹਨ ਕਿ ਜਿਹੜੇ ਪੜ੍ਹ ਲਿਖ ਕੇ ਧਰਮ ਦੇ ਚੌਧਰੀ ਬਣ ਕੇ ਦੁਨੀਆ ਦੇ ਵਿੱਚ ਪ੍ਰਚਾਰ ਕਰਦੇ ਹਨ ਅਤੇ ਆਪ ਧਰਮ ਦੇ ਮਾਰਗ ਦੇ ਉੱਤੇ ਇੱਕ ਕਦਮ ਵੀ ਨਹੀਂ ਚੱਲਦੇ। ਜਿਨ੍ਹਾਂ ਨੇ ਪੜ੍ਹ ਲਈ ਅਲਫ ਤੇ ਬੇ, ਅਲਫ ਬੇ ਜਿਹੜੀ ਉਰਦੂ ਦੀ 35 ਅੱਖਰੀ ਹੈ, ਕਹਿੰਦੇ ਜਿਨ੍ਹਾਂ ਨੇ 2 ਅੱਖਰ ਵੀ ਪੜ੍ਹ ਲਏ ਉਹ ਕੀ ਜਨਨ ਹੱਥੋਂ ਦੇ। ਉਹ ਆਪਣੇ ਹੱਥੋਂ ਕੁਛ ਵੀ ਛੱਡਦੇ ਨਹੀਂ, ਭਾਵ ਦਾਨ ਨਹੀਂ ਕਰਦੇ। ਜਿਨ੍ਹਾਂ ਨੇ ਪੜ੍ਹ ਲਈ ਅਲਫ ਤੇ ਬੇ, ਉਹ ਕੀ ਜਨਨ ਹੱਥੋਂ ਦੇ। ਜਿਨ੍ਹਾਂ ਨੇ ਪੜ੍ਹਿਆ ਪਾਕ ਸਪਾਰਾ, ਦਰ ਦਰ ਹੋਇਆ ਮੰਗਣਹਾਰਾ। ਪਾਕ ਸਪਾਰੇ ਜਿਹੜੇ ਜਿਸ ਤਰ੍ਹਾਂ ਕੁਰਾਨ ਦੀਆਂ ਹਦੀਸਾਂ ਹਨ, ਪਾਕ ਸਪਾਰੇ ਇਹਨਾਂ ਦੀਆਂ ਸ਼ਾਖਾਵਾਂ ਹਨ। ਜਿਨ੍ਹਾਂ ਨੇ ਪੜ੍ਹਿਆ ਪਾਕ ਸਪਾਰਾ, ਦਰ ਦਰ ਹੋਇਆ ਮੰਗਣਹਾਰਾ, ਭਾਵ ਗਲੀਆਂ ਗਲੀਆਂ ਦੇ ਵਿੱਚ ਫਿਰ ਕੇ ਉਹਨਾਂ ਦੇ ਸ਼ਲੋਕ ਬੋਲ ਕੇ ਅਤੇ ਮੰਗਦੇ ਫਿਰਦੇ ਹਨ। ਜਿਨ੍ਹਾਂ ਨੇ ਪੜ੍ਹਿਆ ਪੂਰਾ ਕੁਰਾਨ, ਰੱਬ ਰੱਖੇ ਤਾਂ ਰਹੇ ਈਮਾਨ। ਜਿਹੜੇ ਆਖਦੇ ਹਨ ਕਿ ਅਸੀਂ ਸਾਰਾ ਕੁਰਾਨ ਪੜ੍ਹਿਆ ਹੈ, ਅਸੀਂ ਕੁਰਾਨ ਦੇ ਪਾਠੀ ਹਾਂ, ਉਹ ਕਹਿੰਦੇ ਦਰ ਦਰ ਦਾ ਮੰਗਣਹਾਰਾ ਹੋ ਗਿਆ। ਜਿਨ੍ਹਾਂ ਨੇ ਪੜ੍ਹਿਆ ਪਾਕ ਸਪਾਰਾ, ਦਰ ਦਰ ਹੋਇਆ ਮੰਗਣਹਾਰਾ। ਜਿਨ੍ਹਾਂ ਨੇ ਪੜ੍ਹਿਆ ਪੂਰਾ ਕੁਰਾਨ, ਰੱਬ ਰੱਖੇ ਤਾਂ ਰਹੇ ਈਮਾਨ, ਭਾਵ ਉਹਨਾਂ ਦੇ ਕੋਲ ਆਪਣਾ ਅਮਾਨ ਨੇ, ਧਰਮ ਨੇ। ਉਹ ਧਰਮ ਨੂੰ ਵੇਚ ਦਿੰਦੇ ਹਨ, ਅਮਾਨ ਨੂੰ ਵੇਚ ਦਿੰਦੇ ਹਨ। ਦੂਣਾ ਡੇਢਾ ਹਿੰਦੂ ਲੈਂਦੇ ਚੌਣਾ ਮੁਸਲਮਾਨ। ਦੂਣਾ ਅਤੇ ਡੇਢਾ ਹਿੰਦੂ ਲੈਂਦੇ ਹਨ ਜਦੋਂ ਕੋਈ ਵੇਦ ਦਾ ਪਾਠ ਕਰਕੇ ਸੁਣਾਉਂਦੇ ਹਨ, ਪੁਰਾਣਾਂ ਦਾ ਪਾਠ ਕਰਕੇ ਸੁਣਾਉਂਦੇ ਹਨ, ਕੋਈ ਹੋਰ ਧਾਰਮਿਕ ਕਾਰਜ ਕਰਦੇ ਹਨ। ਦੂਣਾ ਡੇਢਾ ਹਿੰਦੂ ਲੈਂਦੇ ਚੌਣਾ ਮੁਸਲਮਾਨ, ਅਤੇ 4 ਗੁਣਾ ਮੁਸਲਮਾਨ ਲੈਂਦੇ ਹਨ। ਸਾਰਾ ਖਾ ਕੇ ਮੁੱਕਰ ਜਾਂਦੇ ਬੁੱਲਿਆ ਜਿਨ੍ਹਾਂ ਦੀ ਬਗਲ ਕੁਰਾਨ। ਸਾਰਾ ਖਾ ਕੇ ਸ਼ਰੇਆਮ ਹੀ ਮੁੱਕਰ ਜਾਂਦੇ ਹਨ ਕਿ ਅਸੀਂ ਨਹੀਂ ਖਾਧਾ। ਐਸੇ ਪੂਰੇ ਕੁਰਾਨ ਦੇ ਪਾਠੀ। ਭਾਵ ਇਹ ਹੈ ਕਿ ਜੇਕਰ ਪੜ੍ਹ ਲਿਖ ਕੇ ਸਾਰਾ ਕੁਛ ਇਹਨਾਂ ਚੀਜ਼ਾਂ ਦੀ ਹੇਰਾ ਫੇਰੀ ਕੀਤੀ, ਧਰਮ ਨੂੰ ਵੇਚਿਆ, ਧਰਮ ਨੂੰ ਵੇਚ ਕੇ ਖਾਧਾ, ਔਰ ਜੋ ਬਾਣੀ ਧਾਰਮਿਕ ਪੜ੍ਹੀ ਹੈ ਉਸ ਨੂੰ ਵੇਚਿਆ, ਤਾਂ ਫਿਰ ਕੋਈ ਫਾਇਦਾ ਨਹੀਂ। ਹਿੰਦੂ ਅਤੇ ਮੁਸਲਮਾਨ ਦੋਨਾਂ ਦੀ ਨਿੰਦਿਆ ਕੀਤੀ ਹੈ ਬਾਬਾ ਬੁੱਲੇ ਸ਼ਾਹ ਨੇ ਕਿ ਜਿਹੜੇ ਇਹ ਵੇਦਾਂ ਦੇ ਉੱਤੇ ਅਤੇ ਕੁਰਾਨ ਦੇ ਉੱਤੇ ਚੱਲਦੇ ਨੇ, ਉਹਨਾਂ ਦੋਨਾਂ ਦੀ ਨਿੰਦਿਆ ਕੀਤੀ ਹੈ। ਸੋ ਬਾਬਾ ਬੁੱਲੇ ਸ਼ਾਹ ਨਿਰਸ਼ਰੀਕ ਹੋ ਕੇ ਉਹਨਾਂ ਸ਼ਰਈ ਲੋਕਾਂ ਦੇ ਨਿੰਦਿਆ ਕਰਦੇ ਹਨ ਜਿਹੜੇ ਕਿ ਧਰਮ ਦੇ ਠੇਕੇਦਾਰ ਬਣੇ ਹੋਏ ਹਨ। ਇੱਕ ਵਾਰ ਬਾਬਾ ਬੁੱਲੇ ਸ਼ਾਹ ਫਿਰਦੇ ਫਿਰਦੇ ਆਖਦੇ ਹਨ ਕਿ ਦਰਬਾਰ ਸਾਹਿਬ ਚਲੇ ਗਏ ਅੰਮ੍ਰਿਤਸਰ। ਸਰੋਵਰ ਦੇਖਿਆ, ਗੱਤਕਾ ਖੇਡ ਹੁੰਦਾ ਦੇਖਿਆ, ਬਾਣੀ ਪੜ੍ਹ ਹੁੰਦੀ ਦੇਖੀ, ਲੰਗਰ ਚੱਲਦਾ ਦੇਖਿਆ, ਅਤੇ ਦੇਖ ਕੇ ਬਾਬਾ ਬੁੱਲੇ ਸ਼ਾਹ ਬੜੇ ਖੁਸ਼ ਹੋਏ ਕਿ ਇੱਥੇ ਰੱਬ ਵਸਦਾ ਹੈ। ਜਿਹੜਾ ਕਿ ਦੁਨੀਆ ਦੇ ਵਿੱਚ ਗੁਰੂ ਦਾ ਲੰਗਰ ਚੱਲਦਾ ਹੈ, ਭੁੱਖਾ ਗਰੀਬ
ਬੈਠ ਕੇ ਛਕਦਾ ਹੈ। ਗੱਤਕਾ ਖੇਡਿਆ ਜਾਂਦਾ ਹਨ, ਯੁੱਧ ਦੀ ਕਲਾ ਸਿਖਾਈ ਜਾਂਦੀ ਹੈ ਕਿ ਦੁਸ਼ਮਣ ਜੇਕਰ ਕੋਈ ਵਾਰ ਕਰੇ ਤੇ ਆਪਣੇ ਆਪ ਦੀ ਰਕਸ਼ਾ ਕਿਸ ਤਰ੍ਹਾਂ ਕਰਨੀ ਹੈ। ਔਰ ਬਾਣੀ ਪੜ੍ਹ ਹੁੰਦੀ ਦੇਖੀ, ਕੀਰਤਨ ਹੁੰਦਾ ਦੇਖਿਆ। ਲੋਕ ਕਲਿਆਣ ਹਿੱਤ ਤੇ ਆਪਣੇ ਕਲਿਆਣ ਲਈ ਜਿਹੜੀ ਬਾਣੀ ਦਾ ਕੀਰਤਨ ਹੁੰਦਾ ਹੈ, ਜਿਹੜਾ ਕੀਰਤਨ ਕਰਦਾ ਹੈ ਜਾਂ ਸੁਣਦਾ ਹੈ, ਉਹਦਾ ਕਲਿਆਣ ਹੁੰਦਾ ਹੈ। ਬਾਬਾ ਬੁੱਲੇ ਸ਼ਾਹ ਬੜੇ ਖੁਸ਼ ਹੋਏ ਤੇ ਇੱਕ ਸ਼ਲੋਕ ਆਖਿਆ, ਨਾਲੇ ਦੇਖਿਆ ਇੱਟ ਖੜੱਕਾ, ਨਾਲੇ ਬਲਦਾ ਚੁੱਲ੍ਹਾ। ਨਾਲੇ ਦੇਖਿਆ ਇੱਟ ਖੜੱਕਾ, ਨਾਲੇ ਬਲਦਾ ਚੁੱਲ੍ਹਾ। ਨਾਲੇ ਅੱਲਾ ਮੀਆਂ ਰਾਜੀ ਤੇ ਨਾਲੇ ਰਾਜੀ ਬੁੱਲਾ। ਕਹਿੰਦੇ ਕਿ ਯੁੱਧ ਹੁੰਦਾ ਦੇਖਿਆ, ਭਾਵ ਕਿ ਕਲਾ ਯੁੱਧ ਦੇ ਜੌਹਰ ਦੇਖੇ, ਉੱਥੇ ਅਭਿਆਸ ਕਰਦੇ ਦੇਖੇ। ਤੇ ਨਾਲੇ ਬਲਦਾ ਚੁੱਲ੍ਹਾ, ਲੰਗਰ ਤਪਦਾ ਦੇਖਿਆ। ਲੋਹਾਂ ਤਪਦੀਆਂ ਹਨ, ਲੰਗਰ ਬਣਦਾ ਹੈ। ਭੁੱਖੇ ਪਿਆਸਿਆਂ ਨੂੰ ਲੰਗਰ ਮਿਲਦਾ ਹੈ, ਲੰਗਰ ਛਕਦੇ ਹਨ ਲੋਕ। ਨਾਲੇ ਦੇਖਿਆ ਇੱਟ ਖੜੱਕਾ, ਨਾਲੇ ਬਲਦਾ ਚੁੱਲ੍ਹਾ। ਨਾਲੇ ਅੱਲਾ ਮੀਆਂ ਰਾਜੀ, ਅੱਲਾ ਮੀਆਂ ਦੀ ਬਾਣੀ ਪੜ੍ਹ ਹੁੰਦੀ ਦੇਖੀ। ਨਾਲੇ ਰਾਜੀ ਬੁੱਲਾ, ਤੇ ਬੁੱਲਾ ਦੇਖ ਕੇ ਆਨੰਦਿਤ ਹੋ ਗਿਆ, ਖੁਸ਼ ਹੋ ਗਿਆ। ਐਸੇ ਜੋ ਆਰਫ ਹੁੰਦੇ ਹਨ, ਫਕੀਰ ਹੁੰਦੇ ਹਨ, ਉਹ ਰੱਬ ਦੀ ਰਾਜਾ ਦੇ ਵਿੱਚ ਰਹਿ ਕੇ ਦੁਨੀਆ ਦੇ ਰੰਗ ਤਮਾਸ਼ੇ ਦੇਖਦੇ ਹੋਏ ਇਹਨਾਂ ਤੋਂ ਨਿਰਲੇਪ ਰਹਿੰਦੇ ਹਨ। ਨਿਰਲੇਪ ਰਹਿ ਕੇ ਦੁਨੀਆ ਨੂੰ ਉਪਦੇਸ਼ ਵੀ ਦਿੰਦੇ ਹਨ। ਜਿਸ ਤਰ੍ਹਾਂ ਆਖਦੇ ਹਨ ਕਿ ਕੋਈ ਫਕੀਰ ਹੋਵੇ, ਉਸ ਦੇ ਦੇਖਣ ਸੁਣਨ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਦੇ ਵਿੱਚ ਰੂਹਾਨੀਅਤ ਹੈ। ਉਸ ਦੀ ਰੂਪ ਰੇਖਾ ਤੋਂ, ਉਸ ਦੀ ਚਾਲ ਤੋਂ, ਉਸ ਦੇ ਬੋਲਣ ਦੇ ਢੰਗ ਤੋਂ ਔਰ ਉਸ ਦੇ ਰਹਿਣ ਦੇ ਅੰਦਾਜ਼ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਦੇ ਵਿੱਚ ਫਕੀਰੀ ਹੈ, ਇਸ ਦੇ ਵਿੱਚ ਰੱਬ ਦੀ ਬੰਦਗੀ ਹੈ। ਆਪ ਤਾਂ ਆਨੰਦਿਤ ਹੋਇਆ ਹੁੰਦਾ ਹੈ ਅਤੇ ਦੂਸਰਿਆਂ ਨੂੰ ਆਨੰਦ ਦਿੰਦਾ ਹੈ। ਬਾਬਾ ਬੁੱਲੇ ਸ਼ਾਹ ਇਸੇ ਤਰ੍ਹਾਂ ਘੁੰਮਦੇ ਹੋਏ, ਰਹਿੰਦੇ ਹੋਏ ਸੰਸਾਰ ਦੇ ਵਿੱਚ ਦੁਨੀਆ ਨੂੰ ਸਾਦੇ ਢੰਗ ਦੇ ਨਾਲ ਉਪਦੇਸ਼ ਦਿੰਦੇ ਹੋਏ ਆਪ ਤਾਂ ਮੁਕਤ ਸਨ ਅਤੇ ਦੂਸਰਿਆਂ ਨੂੰ ਮੁਕਤ ਕੀਤਾ। ਸਿੱਧੇ ਸਾਦੇ ਢੰਗ ਦੇ ਨਾਲ ਲੋਕਾਂ ਨੂੰ ਗੱਲਾਂ ਕਹੀਆਂ। ਉਹੀ ਉਪਦੇਸ਼ ਸਿੱਧੇ ਸਾਦੇ ਢੰਗ ਦੇ ਨਾਲ ਲੋਕਾਂ ਦੇ ਮਨਾਂ 'ਚ ਬੈਠ ਜਾਂਦਾ ਸੀ ਅਤੇ ਆਪ ਆਨੰਦਿਤ ਰਹਿੰਦੇ ਸਨ, ਆਪ ਮੁਕਤ ਸਨ ਅਤੇ ਦੂਸਰਿਆਂ ਨੂੰ ਮੁਕਤ ਕਰਦੇ ਸਨ। ਸੋ ਫਕੀਰਾਂ ਦੀ ਇਹੀ ਚਾਲ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।